D4 न्यूज़ देख रहे तमाम दोस्तों को दीपक भंडारी का नमस्कार। हम पहुंचे हैं इंडियन मेडिकल एसोसिएशन के हॉल में। अमृतसर की इंडियन मेडिकल एसोसिएशन के आज अमृतसर के इलेक्शन थे। आपको बता दें वोटिंग से जो चुनाव हुए हैं, आज करीब करीब 14 साल बाद चुनाव हुए हैं। 362 जो है टोटल वोट पोल हुए थे। 165 वोट पड़े हैं डॉक्टर ओपी सिंघानिया को और वो विजेता करार दे दिए गए हैं। 160 वोट मिले हैं डॉक्टर राहुल को। 37 जो वोट हैं वो इनवैलिड करार दिए गए हैं। हमारे साथ डॉक्टर ओपी सिंह। डॉक्टर साहब ਤੁਹਾਨੂੰ ਕੀ ਅੱਜ ਤੁਸੀਂ 165 ਵੋਟ ਤੁਹਾਨੂੰ ਪਏ ਆ, ਕੀ ਕਹਿਣਾ ਤੁਹਾਡਾ? ਠੀਕ ਹੈ, ਜਨਤਾ ਨੇ ਮੈਨੂੰ ਪਸੰਦ ਕੀਤਾ ਤੇ ਮੈਨੂੰ ਵੋਟ ਦਿੱਤੇ ਹੈ ਤੇ ਮੈਂ 46 ਸਾਲਾਂ ਤੋਂ ਆਈਐਮਏ ਦੀ ਸੇਵਾ ਕਰਨ ਦੇ ਆ ਤੇ ਹਰ ਵਾਰੀ ਇਹ ਕਹਿੰਦੇ ਸੀ ਤੁਸੀਂ ਪ੍ਰੈਜ਼ੀਡੈਂਟ ਬਣੋ। ਐਤਕੀ ਇਹਨਾਂ ਮੈਨੂੰ ਜ਼ਬਰਦਸਤੀ ਕਿਹਾ ਨਹੀਂ, ਤੁਹਾਨੂੰ ਬਣਾਉਣਾ ਹੀ ਬਣਾਉਣਾ ਹੈ। ਹਮੇਸ਼ਾ ਹੁੰਦਾ ਰਿਹਾ ਕਿ ਯੂਨੈਨਿਮਸਲੀ ਇਲੈਕਟ ਕਰ ਦਿੱਤਾ ਜਾਂਦਾ ਹੈ। ਇਸ ਵਾਰੀ ਵੋਟਿੰਗ ਹੋਈ ਹੈ ਕਰੀਬ 14-15 ਸਾਲ ਬਾਅਦ ਜਿਹੜੀ ਹੈ ਵੋਟਿੰਗ ਨਾਲ ਇਲੈਕਸ਼ਨ ਹੋਈ ਹੈ ਤੇ ਤੁਸੀਂ ਜਿੱਤੇ ਹੋ। ਨਹੀਂ, ਇਹ ਤੇ ਜਨਤਾ ਦੀ ਡਿਮਾਂਡ ਸੀ। ਡੈਮੋਕ੍ਰੇਸੀ ਹੈ, ਇਲੈਕਸ਼ਨ ਹੋਣਾ ਹੀ ਚਾਹੀਦਾ। ਇਲੈਕਸ਼ਨ ਤਾਂ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਯੂਨੈਨਿਮਸਲੀ ਨਹੀਂ ਹੋਣਾ ਚਾਹੀਦਾ, ਹਰ ਵਾਰੀ ਇਲੈਕਸ਼ਨ ਨਹੀਂ ਹੋਣਾ। ਨਹੀਂ ਨਹੀਂ, ਬਿਲਕੁਲ ਇਹ ਗੱਲ ਮੈਂ ਨਹੀਂ ਕਹਿੰਦਾ ਪਿਆ। ਜੇ ਜਨਤਾ ਚਾਹਵੇ ਵੀ ਇਲੈਕਸ਼ਨ ਕਰਨਾ ਹੈ ਤੇ ਹੋਣਾ ਚਾਹੀਦਾ ਇਲੈਕਸ਼ਨ। ਕੀ ਪ੍ਰਾਇੋਰਟੀ ਰਹਿੰਦੀਆਂ ਤੁਹਾਡੀਆਂ? ਮੇਰੀ ਪ੍ਰਾਇਰਟੀਆਂ ਰਹਿਣਗੀਆਂ, ਇੱਕ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਦੋਨੋਂ ਫੈਕਸ਼ਨ ਦੀ ਯੂਨਿਟੀ ਕਰਾਂਗਾ। ਨੰਬਰ 2 ਮੈਂ ਚਾਹਾਂਗਾ ਕਿ ਐਕੈਡੈਮਿਕਲੀ ਅਸੀਂ ਜ਼ਿਆਦਾ ਸਟਰੋਂਗ ਹੋਈਏ। ਤੀਸਰਾ ਅਸੀਂ ਚਾਹੀਏ ਕਿ ਜਨਤਾ 'ਚ ਸਾਡਾ ਇਮੇਜ ਜ਼ਿਆਦਾ ਚੰਗਾ ਹੋਵੇ। ਜਨਤਾ 'ਚ ਡਾਕਟਰਾਂ ਦਾ ਇਮੇਜ ਖਰਾਬ ਹੋਇਆ ਹੈ। ਮੈਂ ਚਾਹੁੰਦਾ ਡਾਕਟਰ ਪੇਸ਼ੈਂਟ ਰਿਲੇਸ਼ਨ ਠੀਕ ਹੋਣ ਤੇ ਲੋਕੀ ਸਾਡੀ ਇੱਜ਼ਤ ਕਰਨ। ਰੀਜ਼ਨ ਕੀ ਹੈ ਵੀ ਡਾਕਟਰ ਪੇਸ਼ੈਂਟ ਦਾ ਰਿਲੇਸ਼ਨ ਕਿਉਂ ਖਰਾਬ ਹੋਇਆ? ਨਹੀਂ ਨਹੀਂ, ਇਹ ਥੋੜਾ ਹੈ, ਕੁਝ ਡਾਕਟਰਾਂ ਦੀ ਵੀ ਗਲਤੀ ਹੈ ਕਿ ਕੁਝ ਓਵਰ ਚਾਰਜਿੰਗ ਹੋ ਗਈ, ਗਲਤ ਫਹਿਮੀ ਹੋ ਗਈ। ਉਹਨੂੰ ਸਾਰਿਆਂ ਨੂੰ ਅਸੀਂ ਰੋਕਾ ਕਰਾਂਗੇ, ਇਥਿਕਸ ਨਾਲ ਕੰਮ ਕਰਾਂਗੇ। ਵੀ ਵਿਲ ਡੂ ਵਿਦ ਮੋਰਲ ਇਥਿਕਸ ਇਨ ਪ੍ਰੈਕਟਿਸ, ਜਿਹਦੇ ਨਾਲ ਸਾਡਾ ਇਮੇਜ ਇੰਪਰੂਵ ਹੋਵੇ। ਤੁਹਾਨੂੰ ਲੱਗਦਾ ਵੀ ਆਈਐਮਏ ਜਿੰਨੀ ਸਟਰੋਂਗ ਹੋਣੀ ਚਾਹੀਦੀ ਹੈ ਉਨੀ ਸਟਰੋਂਗਲੀ ਕੰਮ ਨਹੀਂ ਕਰ ਰਹੀ? ਨਹੀਂ, ਇਹ ਨਹੀਂ ਮੈਂ ਕਹਿ ਸਕਦਾ। ਅਸੀਂ ਲੋਕ ਕੋਸ਼ਿਸ਼ ਕਰਾਂਗੇ ਹੋਰ ਸਟਰੋਂਗ ਹੋਏ, ਪਰ ਅੱਗੇ ਸਟਰੋਂਗ ਹੈ। ਇੱਕ ਮੈਸੇਜ ਹੈ ਵੀ ਆਈਐਮਏ ਦੀ ਜਿਹੜੀ ਬੈਠਕ ਹੈ ਸਿਰਫ ਮੀਟਿੰਗਾਂ ਦੇ ਤੱਕ ਹੀ ਸੀਮਿਤ ਰਹਿੰਦੇ ਆ, ਜਿਹੜੀ ਹੈ ਸਮਾਜ 'ਚ ਘੱਟ ਵਿਚਰਦੇ ਆ, ਇਹ ਅਸੀਂ ਧਾਰਨਾ ਹੈ। ਨਹੀਂ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਮਾਜ ਦੇ 'ਚ ਸੇਵਾ ਕਰਾਂਗੇ, ਥੋੜਾ ਸੋਸ਼ਲ ਸਰਕਲ ਵਧਾਵਾਂਗੇ। ਅਸੀਂ ਲੋਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਹੈਲਪ ਕਰਾਂਗੇ ਲੋਕਾਂ ਦਾ ਭਲਾ ਕਰਨ ਵਾਸਤੇ। ਤੁਹਾਨੂੰ ਕੀ ਲੱਗਦਾ ਕਿ ਜਿਵੇਂ ਲੋਕ ਗਰੀਬ ਕਾਫੀ ਹੈ, ਇਲਾਜ ਬਹੁਤ ਮਹਿੰਗਾ ਹੁੰਦਾ ਜਾ ਰਿਹਾ, ਕਾਫੀ ਸਾਰੇ ਡਾਕਟਰ ਨੇ, ਉਹਨਾਂ ਨੂੰ ਲੈ ਕੇ ਕੁਝ ਇਨੀਸ਼ੀਏਟਿਵ ਲਓਗੇ ਵੀ ਉਹਨਾਂ ਗਰੀਬਾਂ? ਜ਼ਰੂਰ ਜ਼ਰੂਰ। ਕਿਸ ਤਰ੍ਹਾਂ ਦਾ ਇਨੀਸ਼ੀਏਟਿਵ ਲਓ? ਨਹੀਂ ਨਹੀਂ, ਇਨੀਸ਼ੀਏਟਿਵ ਲਵਾਂਗੇ ਕਿ ਕੁਝ ਤੇ ਅੱਜ ਕੱਲ੍ਹ ਗਵਰਨਮੈਂਟ ਦੀ ਸਕੀਮਾਂ ਬੜੀਆਂ, ਆਯੁਸ਼ਮਾਨ ਵਗੈਰਾ, ਉਹ ਬੜੀ ਹੈਲਪ ਕਰਦੀ ਪਈ ਹੈ। ਅਸੀਂ ਲੋਕ ਵੀ ਕੁਝ ਕਰਾਂਗੇ। ਡਾਕਟਰਾਂ ਨਾਲ ਜਨਰਲ ਮੀਟਿੰਗ ਦੇ 'ਚ ਕਵਾਂਗੇ ਕਿ ਪਲੀਜ਼ ਜਿਹੜੇ ਗਰੀਬ ਆਦਮੀ ਉਹਦੀ ਮਦਦ ਕਰੋ, ਘੱਟ ਚਾਰਜ ਕਰੋ। ਤੁਸੀਂ ਆਪਣੀ ਜਿਹੜੀ ਬਾਡੀ ਹੁਣ ਤੁਸੀਂ ਆਪ ਬਣਾਓਗੇ ਜਾਂ ਉਹਦੇ ਲਈ ਵੀ ਕਿਆ ਨੈਕਸਟ ਤੁਹਾਡਾ ਕਿਆ ਹੋਏਗਾ ਪ੍ਰੋਗਰਾਮ? ਨਹੀਂ ਨਹੀਂ, ਪੂਰੀ ਐਗਜ਼ੈਕਟਿਵ ਬਣੇਗੀ, ਉਹ 'ਚ ਜੋ ਫੈਸਲੇ ਹੋਣਗੇ ਉਹ ਲਾਗੂ ਕਰਾਂਗੇ। ਤੁਸੀਂ ਆਪਣੇ ਆਪ ਜਿਵੇਂ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਤੁਸੀਂ ਡਿਸਾਈਡ ਕਰੋਗੇ? ਮੈਂ ਨਹੀਂ ਇਹ ਕਰ ਸਕਦਾ, ਇਹ ਤੇ ਆਈਐਮਏ ਫੈਸਲਾ ਕਰੇਗੀ ਬਾਅਦ ਵਿੱਚ। ਨੋਰਮਲੀ ਤਾਂ ਇੱਦਾਂ ਹੀ ਹੁੰਦਾ ਹੈ ਕਿ ਸਾਨੂੰ ਪਾਵਰ ਦੇ ਦਿੰਦੇ ਆ ਕਿ ਤੁਸੀਂ ਆਪੇ ਆਪਣਾ ਚੁਣੋ, ਕਿਉਂਕਿ ਅਸੀਂ ਚਾਹੁੰਦੇ ਕਿ ਉਹ ਬਣੇ ਬੰਦਾ ਜਿਹੜਾ ਕਿ ਜਿਹਦੇ ਨਾਲ ਬਾਕੀ ਬੰਦੇ ਉਹਦੇ ਸਾਥ ਸਹਿਯੋਗ ਦੇਣ। ਹੁਣ ਸੈਕਟਰੀ ਕੋਈ ਹੋਰ ਆ ਜਾਵੇ ਜਿਹੜਾ ਤੁਹਾਡਾ ਕਹਿਣਾ ਹੀ ਨਾ ਮੰਨੇ, ਉਹਦਾ ਕੀ ਫਾਇਦਾ? ਮਤਲਬ ਹਮੇਸ਼ਾ ਮੇਰਾ ਖਿਆਲ ਤੇ ਪ੍ਰੈਜ਼ੀਡੈਂਟ ਨੂੰ ਰਾਈਟ ਹੋਣਾ ਚਾਹੀਦਾ ਕਿ ਆਪਣੀ ਟੀਮ ਚੁਣ ਲਵੇ। ਇਹ ਤੁਹਾਡਾ ਜਿਵੇਂ ਕਈ ਵਾਰ ਇਹ ਵੀ ਦੇਖਿਆ ਗਿਆ ਵੀ ਡਾਕਟਰਸ ਦੇ ਉੱਪਰ ਅਟੈਕ ਹੋ ਜਾਂਦੇ ਆ, ਵਾਇਲੈਂਟ ਹੋ ਜਾਂਦੀ ਪਬਲਿਕ, ਉਹਨੂੰ ਲੈ ਕੇ ਕੀ ਕਰੋਗੇ ਤੁਸੀਂ? ਵਾਇਲੈਂਸ ਦਾ ਹੁਣ ਇਹੀ ਹੈ ਕਿ ਵੀ ਲੋਕਾਂ ਨੂੰ ਪਿਆਰ ਬਣਾਵਾਂਗੇ, ਲੋਕਾਂ ਨਾਲ ਚੰਗੇ ਕੰਮ ਕਰਾਂਗੇ, ਆਪੇ ਲੋਕੀ ਠੀਕ ਹੋ ਜਾਣਗੇ। ਵਾਇਲੈਂਸ ਦੱਸ ਕੇ ਹੁੰਦੀ ਵੀ ਲੋਕੀ। ਮੈਸੇਜ ਦੇਣਾ ਚਾਹੋ ਤੁਸੀਂ? ਮੈਂ ਇਹੀ ਚਾਹਾਂਗਾ ਕਿ ਲੋਕਾਂ ਦਾ ਭਲਾ ਹੋਵੇ, ਅਸੀਂ ਸਾਡੀ ਯੂਨਿਟੀ ਵਧੇ ਤੇ ਅਸੀਂ ਲੋਕ ਐਕੈਡੈਮਿਕਲੀ ਬਹੁਤ ਸਟਰੋਂਗ ਹੋਈਏ। डॉक्टर डॉक्टर ओपी सिंह आने थे, ये इनकी पत्नी भी हमारे साथ हैं। आप पूरा नाम क्या है डॉक्टर साहब? डॉक्टर माया सिंघानिया। आज डॉक्टर साहब ਨੂੰ ਪ੍ਰੈਜ਼ੀਡੈਂਟ ਇਲੈਕਟ ਕੀਤਾ ਗਿਆ 2023 ਦਾ, ਕੀ ਕਹਿਣਾ ਤੁਹਾਡਾ? He is very hardworking and he wants unity in the IMA. तो आप पंजाबी है? Have a good reputation of doctors in the अमृतसर। हिंदी या पंजाबी में बोले? अच्छा, मैं चाहती हूँ कि भी अमृतसर में डॉक्टर्स की रिस्पेक्ट और इज्जत हो। कोई ये ना कि डॉक्टर्स लूट मार करते हैं। आई डोंट लाइक। उसके लिए कौन जिम्मेदार है, अगर आपको क्या लगता है? नहीं, पब्लिक भी है और वो भी हम फेस कर ही रहे कि भी पब्लिक भी कम नहीं है। दोनों तरफ से जो ताली दोनों हाथ से भाई। हाँ, दोनों। ये पिछले 20 साल से आईएमए के किसी ना किसी पोस्ट पे ऑफिस भी रहे हैं। इन्होंने 20 साल से आईएमए का काम किया है। मैं 20 साल से आईएमए का मेंबर हूँ। मैं तब से इनको देख रहा हूँ। तो कह रहे हैं भी 40 साल तो मैं आईएमए का काम। मैंने कहा ना, मैं 20 साल से यहाँ हूँ, 20 साल से मेंबर हूँ, मैं 20 साल से इनको देख रहा हूँ। हमारे साथ हैं डॉक्टर सेठी हैं जो फिलहाल यहाँ के प्रधान हैं आईएमए के। डॉक्टर साहब
ਤੁਹਾਨੂੰ ਦੂਸਰੀ ਵਾਰੀ ਮੌਕਾ ਮਿਲਿਆ ਪ੍ਰਧਾਨ ਬਣਨ ਦਾ। ਹਾਂ ਬਿਲਕੁਲ ਜੀ, ਮੈਨੂੰ ਡਾਕਟਰਾਂ ਨੇ ਦੁਬਾਰਾ ਮੌਕਾ ਦਿੱਤਾ ਜੀ। ਸਰ ਤੁਸੀਂ ਸਿਵਲ ਸਰਜਨ ਮਿਲੇ ਹੋ, ਤੁਹਾਨੂੰ ਕੀ ਲੱਗਦਾ ਵੀ ਆਈਐਮਏ ਜਿੰਨੀ ਸਟਰੋਂਗ ਹੋਣੀ ਚਾਹੀਦੀ ਹੈ ਉਨੀ ਹੋ ਨਹੀਂ ਪਾ ਰਹੀ, ਕੀ ਰੀਜ਼ਨ ਹੈ ਇਹਦਾ? ਆਈਐਮਏ ਤਾਂ ਬਹੁਤ ਸਟਰੋਂਗ ਹੈ, ਲੇਕਿਨ ਇਹਦੇ ਵਿੱਚ ਡਾਕਟਰਾਂ ਦਾ ਇੰਟਰਸਟ ਬਹੁਤ ਥੋੜਾ। ਜਿਹੜਾ ਕਿ ਅਸੀਂ ਕੋਸ਼ਿਸ਼ ਕੀਤੀ ਵੀ ਸਾਰੇ ਡਾਕਟਰ ਇਹਦੇ ਵਿੱਚ ਇੰਟਰਸਟ ਲੈਣ, ਰੈਗੂਲਰ ਮੀਟਿੰਗਸ ਦੇ ਵਿੱਚ ਆਉਣ ਤੇ ਡਾਕਟਰਾਂ ਵਾਸਤੇ ਲੜਨ। ਦੇਖੋ ਨਾ, ਅੱਜ ਤੁਹਾਡੇ ਜੋ ਮੇਰੀ ਜਾਣਕਾਰੀ ਦੇ ਮੁਤਾਬਿਕ ਹੈਗਾ 800 ਤੋਂ ਜ਼ਿਆਦਾ ਤੁਹਾਡੇ ਮੈਂਬਰ ਹੈ ਤੇ 367 ਸਿਰਫ ਪੋਲ ਹੋਏ ਹੈ। ਕਾਫੀ ਮਤਲਬ 50% ਤੋਂ ਜ਼ਿਆਦਾ ਡਾਕਟਰਸ ਨੇ ਪੋਲਿੰਗ ਹੀ ਨਹੀਂ ਕੀਤੀ, ਵੋਟ ਹੀ ਨਹੀਂ ਦਿੱਤਾ ਆਪਣਾ। ਉਹ ਅਬ ਇਹਦੇ ਬਾਰੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਡਾਕਟਰ ਜਿਹੜੇ ਮੀਟਿੰਗਸ ਜਾਣ, ਐਕੈਡੈਮਿਕ ਸੈਸ਼ਨ ਵਿੱਚ ਆਉਣ ਤੇ ਆਈਐਮਏ 'ਚ ਇੰਟਰਸਟ ਲੈਣ। ਇਹ ਬੜੀ ਧਾਰਨਾ ਵੀ ਡਾਕਟਰ ਪੈਸੇ ਬੜੇ ਲੈਂਦੇ ਆ, ਜਿਵੇਂ ਡਾਕਟਰ ਸੰਘਾਨੇ ਨੇ ਵੀ ਕਿਹਾ ਵੀ ਐਸੀ ਧਾਰਨਾ ਬਣ ਗਈ ਕਿ ਲੁੱਟ ਰਹੇ ਹੈ। ਕਿਉਂ? ਦੇਖੋ ਇਹ ਧਾਰਨਾ ਜਿਹੜੀ ਬਣੀ ਹੈ, ਆਈ ਡੋਂਟ ਨੋ ਵੀ ਕਾਫੀ ਲੋਕ ਇਹਦੇ 'ਚ ਜਿਹੜੇ ਨੇ, ਆਮ ਜਨਤਾ ਜਿਹੜੀ ਆ ਡਾਕਟਰਾਂ ਦੇ ਖਿਲਾਫ ਬੋਲਦੀ ਹੈ, ਕੁਝ ਸਰਕਾਰ ਵੀ ਹੈਗੀ ਆ, ਪਰ ਇਹਦੇ 'ਚ ਡਾਕਟਰਾਂ ਦਾ ਇਕੱਲਾ ਕਸੂਰ ਕੋਈ ਨਹੀਂ ਹੈ ਵੀ ਪੈਸੇ ਲੈਂਦੇ ਆ। ਅਸੀਂ ਜੇ ਕੋਈ ਚੀਜ਼ ਬਾਜ਼ਾਰ ਲੈਣ ਜਾਂਦੇ ਆ ਵੀ ਵੇਖਦੇ ਆ ਵੀ ਕਿਹੜੀ ਸਾਨੂੰ ਚੰਗੀ ਹੈ। ਹੁਣ ਜੇ ਡਾਕਟਰ ਦੀ ਜਿੰਨਾ ਇੰਨੇ ਸਿਰ ਪੜ੍ਹ ਕੇ ਉਸ ਤੋਂ ਬਾਅਦ ਜੇ ਫੀਸ ਉਹਦੀ ਜੇ ਅੱਜਕੱਲ੍ਹ ਮਹਿੰਗਾਈ ਦੇ ਵਿੱਚ 100 ਦੀ ਬਜਾਏ 300 ਰੁਪਏ ਲੈਂਦਾ ਤੇ ਉਹ ਕਰ ਨਹੀਂ ਰਿਹਾ, ਲੇਕਿਨ ਉਹ ਚੈਰੀਟੇਬਲ ਵੀ ਕਰਦਾ। ਹਰ ਡਾਕਟਰ ਜਿਹੜਾ ਗਰੀਬਾਂ ਦੀ ਫ੍ਰੀ ਮਰੀਜ਼ ਵੀ ਦੇਖਦਾ, ਘੱਟ ਵੀ ਕਰਦਾ, ਡਿਸਕਾਊਂਟ ਵੀ ਕਰਦਾ। ਲੇਕਿਨ ਇਹ ਜਿਹੜੀ ਉੱਦਾਂ ਧਾਰਨਾ ਬਣੀ ਉਹ ਗਲਤ ਹੈ, ਇਹ ਵੈਸਟ ਇੰਟਰਸਟ ਨੇ ਫੈਲਾਈ ਹੋਈ ਹੈ। ਦੇਖੋ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਗਿਆ ਹੈ, ਮਤਲਬ ਜਦੋਂ ਇਹ ਕਿਤੇ ਨਾ ਕਿਤੇ ਤਾਂ ਕਮੀ ਰਹਿ ਗਈ ਹੈ ਨਾ ਜੀ। ਅਸੀਂ ਪੇਸ਼ੈਂਟਸ ਦੇ ਨਾਲ ਕਮਿਊਨੀਕੇਟ ਨਹੀਂ ਕਰ ਪਾਏ, ਉਹਨਾਂ ਨੂੰ ਸਮਝਾ ਨਹੀਂ ਪਾ ਰਹੇ। ਦੇਖੋ ਹਰ ਸਿਸਟਮ ਦੇ ਵਿੱਚ, ਹਰ ਥਾਂ ਦੇ ਵਿੱਚ ਕੋਈ ਨਾ ਕੋਈ ਬਲੈਕਸ਼ਿਪ ਥੋੜ੍ਹੀ ਬਹੁਤੀ ਹੁੰਦੀ ਹੈ। ਅਸੀਂ ਵਿਲ ਟਰਾਈ ਟੂ ਸੌਟ ਇਟ ਆਊਟ ਵੀ ਇਹ ਜਿਹੜੀ ਚੀਜ਼ ਹੈ ਨਾ ਹੋਵੇ ਔਰ ਆਮ ਜਨਤਾ ਦਾ, ਗਰੀਬਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਤੁਸੀਂ ਦੇਖੋ 22 'ਚ ਤੁਸੀਂ ਅਜੇ ਤੁਹਾਡੇ ਕਰੀਬ 10 ਮਹੀਨੇ ਪਏ ਹੈ, ਤੁਸੀਂ ਪ੍ਰਧਾਨ ਰਹਿਣਾ ਹੈ, ਉਹਨਾਂ ਨੂੰ ਤੇ ਮੌਕਾ ਅਗਲੇ ਸਾਲ ਮਿਲਣਾ ਹੈ 2023 'ਚ। 10 ਮਹੀਨੇ 'ਚ ਤੁਸੀਂ ਤੁਹਾਡੇ ਵੱਲੋਂ ਕੋਈ ਪ੍ਰੋਗਰਾਮ ਉਲੀਕਿਆ ਗਿਆ ਵੀ ਕਿਆ ਕਰੋਗੇ ਤੁਸੀਂ? ਬਿਲਕੁਲ, ਪਹਿਲਾਂ ਸਭ ਤੋਂ ਪਹਿਲਾਂ ਤੇ ਵੀ ਥੋੜੀ ਐਕੈਡਮਿਕ ਐਕਟੀਵਿਟੀ ਜਿਹੜੀ ਪਿਛਲੇ 2 ਸਾਲ ਤੋਂ ਬਿਲਕੁਲ ਬੰਦ ਪਈਆਂ ਨੇ। ਕੋਵਿਡ ਹੋ ਗਿਆ ਸੀਗਾ 2020 'ਚ, ਕੋਈ ਕਾਨਫਰੰਸ ਨਹੀਂ ਕੀਤੀ ਗਈ, ਐਕੈਡਮਿਕ ਸੈਸ਼ਨ ਨਹੀਂ ਹੋਇਆ, 21 'ਚ ਵੀ ਨਹੀਂ ਹੋਇਆ। ਸੋ ਵਿਲ ਟਰਾਈ ਵੀ ਐਕੈਡਮਿਕ ਸੈਸ਼ਨ ਹੋਵੇ, ਲੋਕਾਂ ਨੂੰ ਜਿਹੜੀ ਲੇਟੈਸਟ ਚੀਜ਼ਾਂ ਜਿਹੜਾ ਡਾਕਟਰਸ ਨੂੰ ਪਤਾ ਲੱਗੇ ਔਰ ਪੇਸ਼ੈਂਟ ਡਾਕਟਰ ਦਾ ਰਿਲੇਸ਼ਨਸ਼ਿਪ ਬਾਰੇ ਉਹਨਾਂ ਨੂੰ ਦੱਸਿਆ ਜਾਵੇ, ਤਾਂ ਕਿ ਜਿਹੜੇ ਪੇਸ਼ੈਂਟ ਦੇ ਨਾਲ ਡਾਕਟਰ ਦਾ ਅੱਛੇ ਤਰੀਕੇ ਨਾਲ ਡਾਕਟਰ ਸਾਹਿਬ, ਆਯੁਸ਼ਮਾਨ ਦੀ ਸਕੀਮ ਜਿਹੜੀ ਹੈ ਉਹ ਮੇਰਾ ਖਿਆਲ ਕੰਪਨੀ ਨੇ ਪੇਸ਼ੈਂਟ ਜਿਹੜੇ ਕਹਿਤਾ ਵੀ ਅਸੀਂ ਕਲੇਮ ਨਹੀਂ ਦੇਵਾਂਗੇ, ਉਹਨੂੰ ਲੈ ਕੇ ਤੁਸੀਂ ਕੀ ਕਰ ਰਹੇ ਹੋ ਵੀ ਤਾਂ ਕਿ ਦੇਖੋ ਲੋਕਾਂ ਦਾ, ਮਰੀਜ਼ਾਂ ਦਾ ਫਾਇਦਾ ਹੋਏ? ਇਹਦੇ 'ਚ ਗਵਰਨਮੈਂਟ ਨੇ ਡਿਸਾਈਡ ਕਰਨਾ। ਪਹਿਲਾਂ ਕੰਪਨੀ ਨੇ ਲਿਖਤਾ ਵੀ 28 ਦਸੰਬਰ ਤੋਂ ਬਾਅਦ ਅਸੀਂ ਜਿਹੜਾ ਕੋਈ ਪੈਸਾ ਨਹੀਂ ਦੇਵਾਂਗੇ। ਫਿਰ ਅਸੀਂ ਜਦੋਂ ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਗਵਰਨਮੈਂਟ ਨੇ ਚਿੱਠੀ ਲਿਖਤੀ 20 ਫਰਵਰੀ ਤੱਕ ਜਿਹੜੀ ਆ ਉਹ ਕੰਮ ਕਰਨਗੇ। ਲੇਕਿਨ ਉਹਨਾਂ ਦਾ ਪੋਰਟਲ ਤਾਂ ਵੀ ਨਹੀਂ ਸੀ ਖੁੱਲ੍ਹ ਰਿਹਾ, ਜਿਹੜਾ SBI ਦਾ। ਅਸੀਂ ਫਿਰ ਗਵਰਨਮੈਂਟ ਨੂੰ ਲਿਖਿਆ ਵੀ ਉਹਨਾਂ ਦਾ ਪੋਰਟਲ ਨਹੀਂ ਖੁੱਲ੍ਹਦਾ, ਲੋਕੀ ਆਉਂਦੇ ਨੇ, ਪੇਸ਼ੈਂਟ ਆਉਂਦੇ ਆ, ਬੜੇ ਖਰਾਬ ਹੋ ਰਹੇ ਨੇ, ਗਰੀਬ ਮਰੀਜ਼ ਨੇ ਸਾਰੇ। ਲੇਕਿਨ ਗਵਰਨਮੈਂਟ ਵੱਲੋਂ ਉਹ ਕੀਤਾ ਨਹੀਂ ਗਿਆ। ਸਰ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਕੰਪਨੀ ਇਹ ਕਹਿੰਦੀ ਵੀ ਸਾਨੂੰ ਬਹੁਤ ਨੁਕਸਾਨ ਹੋਇਆ, ਕੁਝ ਡਾਕਟਰਾਂ ਨੇ ਉਹ ਜਾਲੀ ਮਰੀਜ਼ ਪਾ ਕੇ ਤੇ ਬਿੱਲ ਬਣਾਏ ਆ, ਇਹ ਸੱਚ ਕਿੱਥੋਂ ਤੱਕ ਸੱਚ ਹੈ? ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਲੇਕਿਨ ਜੇ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਤੇ ਇਹਨੂੰ ਇਨਵੈਸਟੀਗੇਟ ਕਰ ਲੈਣ। ਤੇ ਉਹਨਾਂ ਨੇ ਕੁਝ ਡੀਐਮ ਪੈਨਲ ਵੀ ਕੀਤੇ ਸੀ ਹਸਪੀਟਲ। ਨਹੀਂ, ਜਿਹੜੇ ਡੀਮ ਪੈਨਲ ਕੀਤੇ ਆ ਉਹ ਗਵਰਨਮੈਂਟ ਆਪਣੀ ਇੰਸ਼ੋਰੈਂਸ ਜਿਹੜੀ ਆ ਗਵਰਨਮੈਂਟ ਨੂੰ ਲਿਖੇ ਤੇ ਕੋਈ ਆਪਣੀ ਲੈਵਲ ਤੇ ਇਨਕੁਆਇਰੀ ਕਰਕੇ ਉਹਦਾ डिसाइड करे। हमारे साथ हैं डॉक्टर राहुल जो 5 वोटों से हार गए हैं। डॉक्टर साहब ਤੁਹਾਨੂੰ ਕੀ ਲੱਗਦਾ फेयर इलेक्शन है? बिल्कुल फेयर इलेक्शन है जी, और हम हारे नहीं हैं, हम जीते हैं। कारण ये है, यहाँ पे 15 साल से कभी इलेक्शन ही नहीं हुआ था, ये पहली बार डेमोक्रेसी की विन हुई है एंड वी हैव नॉट लॉस्ट, द डेमोक्रेसी हैज़ वॉन। अच्छा डॉक्टर साहब, क्या आपको क्या लगता है कि आखिरकार क्यों इस तरह वोटिंग से इलेक्शन नहीं होता था, यूनानिमसली चुन लिए जाते थे डॉक्टर, कोई भी प्रधान? सर ये थोड़ा कंसेंसस होता था, बट यंगस्टर्स नहीं आ पाते थे। इसके कारण जो यंगस्टर्स नहीं आ पा रहे हैं, हमने उनके लिए ये काम किया है सो दैट सब लोग इसमें पार्ट लें। सबको मालूम है इलेक्शन से, प्रोसेस से कंपटीशन आता है और नई जनरेशन और उससे अच्छा और ऑर्गेनाइजेशन बढ़ता है। जहाँ कहीं भी इलेक्शन होता है वहाँ कम्पिटिटिव स्पिरिट आती है और उस ऑर्गेनाइजेशन की ग्रोथ होती है। आपको मलाल नहीं है, सिर्फ 5 वोटों से आप हारे हैं? अगर 3 वोटों का वैसे डिफरेंस होता है, अगर जो उधर गई हैं तो आप जीत जाते? बिल्कुल नहीं, हमारी जीत हुई है, हमारी IMA की जीत हुई है, इसमें कोई मलाल नहीं है, हमारी जीत हुई है। हमारे साथ हैं डॉक्टर संतोख सिंह जिन्होंने यहाँ पर ऑब्जर्वर की भी भूमिका निभाई है। सत श्री अकाल डॉक्टर साहब। सत श्री अकाल जी। बहुत सर पुराना दौर देखा IMA ਦਾ, ਅੱਜ ਵੀ ਦੇਖ ਰਹੇ ਹੋ ਤੇ ਸਰ ਹਾਂਜੀ ਤੇ ਸਰ क्या फर्क क्या आया है ਉਹ ਤੋਂ ਲੈ ਕੇ ਤੇ ਹੁਣ ਤੱਕ? क्या ये आया कि देयर इज़ मच मोर enthusiasm towards हिंदी या पंजाबी? politically I would say that ये members बहुत जानकारी हो चुके हैं और वो चाहते हैं कि हमें
डेमोक्रेटिक सेटअप मिलना चाहिए ज़्यादा। नहीं तो पहले हम इलेक्शन, मेरा ख्याल है वैसे भी 4-5 साल के बाद एक बार हो ही जाती है। नहीं, इस बार तो 15 साल बाद हुए हैं। अ, मेरा डॉक्टर साहब आपसे ये सवाल था, जब आप आए थे डॉक्टरी एमबीबीएस करी थी, फील्ड में आए थे, आजकल जो नए युवा आ रहे हैं तो फ़र्क क्या है इन 30-40 साल में, फ़र्क क्या आया है इस प्रोफेशन में? फ़र्क तो बहुत है। तब हम सिर्फ 100 या 150 मेंबर हुआ करते थे, आज ओवर 1000 मेंबर्स हैं। ये शो करती है एंथुसियाज्म, ये शो करती, लेकिन जितने भी आज आए हैं वो अपनी तरफ से अच्छी तरह, अच्छे स्वभाव से उन्होंने इलेक्शन लड़ी, जैसे राहुल जी ने बताया। मेरा सवाल थोड़ा दूसरा है जी, मतलब क्या फ़र्क आया जी कि 40 साल पहले डॉक्टर प्रोफेशन की क्या रिस्पेक्ट थी और आज 40 साल बाद हम कहाँ खड़े हैं? अब आप टॉपिक को चेंज कर रहे हैं, रिस्पेक्ट। चेंज नहीं, मैं सर, मेरा चेंज नहीं, मेरा सवाल है। यू हैव नाउ आस्किंग अबाउट रिस्पेक्ट तब और रिस्पेक्ट आज। आप ऐसे ही बात करें सोसाइटी तब और सोसाइटी आज, तो कोई हमारा डिफरेंस नहीं ज़्यादा। जितना सोसाइटी में चेंज आया है, तब्दीली आई है, उतनी ही डॉक्टर्स में या लॉयर्स में या आर्किटेक्ट्स, इंजीनियर्स या पुलिस ऑफिसर्स या पॉलिटिशियन से शायद ज़्यादा ही आई हो बुरी तरह से। वो पॉलिटिशियन तो बहुत ही नीचे गिर चुके हैं तब के और आज के हिसाब से, लेकिन डॉक्टरों की तब्दीली सोसाइटी के मुताबिक ही हो रही है। धन्यवाद। ये थे डॉक्टर संतोख सिंह। डॉक्टर अशोक उप्पल हैं, प्रधान रह चुके हैं। डॉक्टर साहब, क्या कहना थोड़ा? मैं तो यही कहना चाहता हूँ कि आज जो आईएमए के इलेक्शन हुए हैं, इसमें हमारी एक जो अमृतसर की आईएम है उसकी जीत है, बिकॉज दिस इज़ ए स्टेप टुवर्ड्स ए ट्रांसपेरेंट एंड डेमोक्रेटिक प्रोसेस। लोकतंत्र बहाल हुआ है आईएमए में। आज आईएमए में बहुत सालों के बाद इलेक्शन हुई है, लोकतंत्र बहाल हुआ है। जैसे कि डॉक्टर राहुल ने, डॉक्टर संतोख सिंह जी ने, सब ने कहा, मैं भी यही कहना चाहता हूँ कि ये जो ऐसे इलेक्शन होते हैं, अगर ये फेयर हों, अच्छे तरीके से हों, हैं, तो उससे क्या होता है कि लोग जुड़ते हैं, आपस में जुड़ते हैं सारे, उनके एंथुजियाज्म आता है कि चलो यार चलते हैं, आईएमए चलते हैं। अगर आज इलेक्शन के लिए आए हैं तो कल जो हमारी मेंबर्स की प्रॉब्लम है, जो पब्लिक की प्रॉब्लम, उसके लिए भी आगे आएंगे। थैंक यू। ये देखिए, ये तमाम डॉक्टर हैं जिनसे हमने बात की है कि आखिरकार डॉक्टरों को इस बार लोकतंत्र की बहाली हुई है, सालों बाद इलेक्शन हुए हैं। डॉक्टर ओपी सिंघानिया की जीत है और हम इनको शुभकामनाएं देते हैं। अमृतसर से D4 न्यूज़ के लिए दीपक भंडारी की खास रिपोर्ट।